ਵੰਦਨ ਅਨਕ ਬਾਰ ਸਰਬ ਕਲਾ ਸਮਰੱਥ। ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲ ਯੁਗ ਮੈਂ ਪਾਇਆ। ਫਿਰਿਆ ਅਵਸਰ ਚਰੈ ਨਾ ਹਥਾ ਨਾਮ ਜਪੈ ਤੋ ਕਟਿਐ ਫਾਸਾ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸੁਕਾਉ ਟਲ ਗੁਰ ਸੇਵੀਐ ਅਹਨਿਸ ਸਾਜੁ ਸੁਭਾਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 12 ਮਹਾ ਪਾਦੋਏ ਭਰਮ ਭੁਲਾਣੀਆਂ ਦੂਜਾ ਲਗਾ ਹੇਤ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈਸਣ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਛੱਡ ਖੜੋਤਾ ਖਿਨੇ ਮਾਹੇ ਜਿਨ ਸਿਓ ਲਗਾ ਹੇਤ। ਹੱਥ ਮਰੋੜਾ ਤਨ ਕਪੈ ਸਿਆਹੋ ਆਸੇਤ। ਜਿਹਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਤ ਪ੍ਰਭ ਦੇਤ। ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਪਰਸਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਸਰਵਨ ਕਰਕੇ
ਇਹ ਸਰਵਨਹੁ ਮੇਰਿਓ ਸਾਚੈ ਸੁਨਨੈ ਨੋ ਪਠਾਏ। ਇਹ ਜੋ ਬਚਨ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਦਾ, ਇਹ ਬਚਨ ਨੂੰ ਸਫਲਾ ਬਣਾਉਣ ਹਿੱਤ ਆਪਣੇ ਕੰਨਾਂ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਇਹ ਆਪਣੇ ਜੋ ਕੰਨ ਹਨ ਇਹਨਾਂ ਨੂੰ ਸਫਲਾ ਬਣਾਇਆ ਹੈ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਐ ਪ੍ਰਮਾਤਮਾ ਮੇਰੇ ਕੰਨਾਂ ਦੇ ਵਿੱਚ ਮਾੜੇ ਬੋਲ ਕਬੋਲ ਵਿਸ਼ਿਆਂ ਵਕਾਰਾਂ ਨੂੰ ਪੈਦਾ ਕਰਨ ਵਾਲੀਆਂ ਗੱਲਾਂ ਨਾ ਸੁਣਨ ਵਾਸਤੇ ਮੈਨੂੰ ਪ੍ਰਾਪਤ ਹੋਣ, ਇਹ ਮੇਰੇ ਤੇ ਦਇਆ ਕਰ। ਗੁਰੂ ਕਿਆ ਸਿੱਖਾ ਇਹ ਅਰਦਾਸ ਕਰ ਆਪਣੇ ਗੁਰੂ ਦੇ ਅੱਗੇ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਮੇਰੇ ਕੰਨਾਂ ਦੇ ਵਿੱਚ ਸਾਖਤਾਂ ਵਾਲੇ ਬਚਨ, ਪਾਪੀਆਂ ਵਾਲੇ ਬਚਨ, ਮਨਮੁਖਾਂ ਵਾਲੇ ਬਚਨ, ਵਕਾਰਾਂ ਵਾਲੇ ਗੰਦੇ ਮੰਦੇ ਬਚਨ ਇਹ ਮੇਰੇ ਕੰਨਾਂ ਵਿੱਚ ਨਾ ਪੈਣ। ਮੇਰੇ ਕੰਨਾਂ ਵਿੱਚ ਜੇ ਪਵੇ ਤੇ ਤੁਹਾਡਾ ਨਾਮ ਹੀ ਪਵੇ, ਬਾਣੀ ਪਵੇ। ਭਾਂਡੇ ਦੇ ਵਿੱਚ ਜਿਹੜੀ ਵਸਤੂ ਪਾਵਾਂਗੇ ਨਿਕਲੇਗੀ ਉਹੀ ਬਾਹਰ। ਕੰਨਾਂ ਦੇ ਨਾਲ ਜਿਹੋ ਜਿਹਾ ਸੁਣ ਕੇ ਅੰਦਰ ਲੈ ਕੇ ਜਾਵਾਂਗੇ, ਜ਼ੁਬਾਨ ਰਾਹੀਂ ਉਸ ਤਰ੍ਹਾਂ ਦੇ ਬਚਨ ਬਾਹਰ ਆ ਜਾਣਗੇ। ਮਹਾਰਾਜ ਇਹ ਮੇਰਾ ਸਰੀਰ ਰੂਪੀ ਜਿਹੜਾ ਭਾਂਡਾ ਹੈ, ਇਸ ਭਾਂਡੇ ਦੇ ਅੰਦਰ ਵਸਤੂ ਜਿਹੜੀ ਜਾ ਰਹੀ ਹੈ ਤੁਹਾਡਾ ਨਾਮ ਹੀ ਜਾਵੇ, ਬਾਣੀ ਹੀ ਜਾਵੇ। ਇਹ ਸਰਵਨਹੁ ਮੇਰਿਓ ਸਾਚੈ ਸੁਨਨੈ ਨੋ ਪਠਾਏ। ਸਾਚੈ ਸੁਨਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਹੜੀ ਸੱਚੀ ਬਾਣੀ ਹੈ ਉਹ ਸੁਣਨ ਵਾਸਤੇ ਮਹਾਰਾਜ ਨੇ ਆਖਿਆ ਹੈ। ਸੋ ਉਹ ਮਹਾਰਾਜ ਦੇ ਬਚਨ ਪਾਲਦਿਆਂ ਹੋਇਆਂ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਸੀ। ਅੱਜ ਆਪਾਂ ਨੂੰ ਭਾਦਰੋਂ ਦਾ ਮਹੀਨਾ ਜਿਹੜਾ ਹੈ ਇਹ ਪ੍ਰਾਪਤ ਹੋਇਆ। ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਇਹ ਸਾਨੂੰ ਪ੍ਰਾਪਤ ਹੋ ਰਿਹਾ ਹੈ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਗੁਰੂ ਸ਼ਬਦ ਦੀ ਵਿਚਾਰ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 12 ਮਾਹ ਪਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਬਾਣੀ ਨੂੰ ਬਖਸ਼ਿਸ਼ ਕਰਨ ਵਾਲੇ ਨੇ। ਮਾਝ ਮਹੱਲਾ 5ਵਾਂ। ਮਾਝ ਰਾਗ ਦੇ ਅੰਦਰ ਪੰਚਮ ਗੁਰਦੇਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਬਾਣੀ ਰਚੀ ਹੈ। ਇਸ ਬਾਣੀ ਦਾ ਨਾਮ ਰੱਖਿਆ ਮਹਾਰਾਜ ਨੇ 12 ਮਾਹ। ਮਾਹ ਨਾਮ ਮਹੀਨੇ ਦਾ ਹੈ। ਇਹ 12 ਮਹੀਨਿਆਂ ਦਾ ਉਪਦੇਸ਼। ਪਹਿਲੇ ਮਹੀਨੇ ਕਿਸ ਤਰ੍ਹਾਂ ਜੀਵਨ ਸਫਲਾ ਕਰਨਾ, ਦੂਜਾ ਮਹੀਨਾ ਕਿਸ ਤਰ੍ਹਾਂ ਬਤੀਤ ਕਰਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸੰਗਤਾਂ ਨੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਸੌਖੀ ਜੀ ਬਾਣੀ ਉਚਾਰਨ ਕਰ ਦਿਓ ਜਿਹਨੂੰ ਪੜ੍ਹ ਕੇ ਸਾਨੂੰ ਅਰਥਾਂ ਦੀ ਸਮਝ ਆ ਜਾਵੇ, ਸਾਨੂੰ ਸੋਝੀ ਆ ਜਾਵੇ ਵੀ ਸਾਨੂੰ ਇਹ ਮਹੀਨਾ ਕਿਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਸੁਣੇ। ਇਹ ਬਾਣੀ ਮਹਾਰਾਜ ਨੇ ਬਖਸ਼ੀ ਹੈ। 12 ਮਹੀਨਿਆਂ ਦਾ ਉਪਦੇਸ਼, ਤਾਂ ਇਸ ਨੂੰ ਆਖਿਆ ਜਾਂਦਾ 12 ਮਾਹ, 12 ਮਹੀਨੇ। ਬਾਣੀ ਨੂੰ ਰਚਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਜਿਸ ਅੰਮ੍ਰਿਤ ਸਰੋਵਰ ਵਿੱਚ ਆਪਾਂ ਇਸ਼ਨਾਨ ਕਰਦੇ ਹਾਂ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਿਆਂ ਹੋਇਆਂ, ਉਸ ਸਰੋਵਰ ਦੇ ਕਿਨਾਰੇ 'ਤੇ ਮਹਾਰਾਜ ਦਾ ਸਥਾਨ ਬਣਿਆ ਹੈ ਮੰਜੀ ਸਾਹਿਬ। ਇੱਥੇ ਬੈਠੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਬਾਣੀ ਨੂੰ ਰਚ ਕੇ ਸਾਡੀ ਝੋਲੀ ਪਾ ਕੇ ਸਾਡੇ ਉੱਪਰ ਬਖਸ਼ਿਸ਼ਾਂ ਕਰਦੇ ਹਨ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਭਾਦਰੋਂ ਦਾ ਮਹੀਨਾ ਹੈ, ਇਹਦੇ ਵਿੱਚ ਜਿਹੜੇ ਜੀਵ ਭਰਮ ਦੇ ਵਿੱਚ ਭੁੱਲੇ ਹੋਏ, ਜਿਨ੍ਹਾਂ ਨੂੰ ਭਰਮ ਪੈ ਗਿਆ ਹੈ, ਜਿਹੜੇ ਭਰਮ ਦੇ ਵਿੱਚ ਭੁੱਲ ਗਏ ਹਨ, ਲੱਗਾ ਹੇਤ
ਉਹਨਾਂ ਦਾ ਦੂਜਿਆਂ ਦੇ ਨਾਲ ਹੇਤ ਕਹੀਏ ਪ੍ਰੇਮ ਲੱਗ ਗਿਆ ਹੈ। ਵੈਸੇ ਤੇ ਸਾਨੂੰ ਪ੍ਰੇਮ ਲਾਉਣਾ ਚਾਹੀਦਾ ਸੀ ਪਰਮਾਤਮਾ ਦੇ ਨਾਲ, ਕਿਉਂਕਿ ਸਾਨੂੰ ਜਨਮ ਉਹਨੇ ਦਿੱਤਾ ਹੈ, ਪਰਮਾਤਮਾ ਨੇ। ਸਾਡੇ ਕਰਮਾਂ ਦੇ ਵਿੱਚ ਕੀ ਪ੍ਰਾਪਤ ਹੋਣਾ ਇਹ ਲਿਖਿਆ ਕਰਮ ਪਰਮਾਤਮਾ ਨੇ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜਿਆੜੇ ਪਾਸ। ਅਤੇ ਜਦੋਂ ਅਸੀਂ ਸਰੀਰ ਛੱਡਣਾ ਹੈ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਵੀ ਉਹ ਪਰਮਾਤਮਾ ਨੇ ਆਪ ਕਰਨਾ, ਕਰਵਾਉਣਾ ਹੈ। ਜਨਮ ਦੇਣ ਵਾਲਾ ਉਹ ਹੈ, ਰਿਜ਼ਕ ਦੇਣ ਵਾਲਾ ਉਹ ਹੈ, ਸੰਸਾਰ ਤੋਂ ਲੈ ਕੇ ਜਾਣ ਵਾਲਾ ਉਹ ਹੈ। ਪਰ ਉਸ ਪਰਮਾਤਮਾ ਨੂੰ ਭੁੱਲ ਕੇ ਦੂਜੇ ਲੱਗਾ ਹੇਤ। ਅਸੀਂ ਦੂਜਿਆਂ ਨਾਲ ਹੇਤ ਲਾ ਲਿਆ, ਫਲਾਣਾ ਪੀਰ ਜਿਹੜਾ ਹੈ ਉਹ ਮੈਨੂੰ ਆਹ ਚੀਜ਼ ਦੇਵੇਗਾ ਜੇ ਮੈਂ ਉਹਦੇ ਕੋਲ ਜਾਵਾਂ। ਪਰਮਾਤਮਾ ਨੂੰ ਛੱਡ ਕੇ ਪੀਰ ਦੀ ਮੰਨਤਾ ਮੰਨਣ ਲੱਗ ਪਿਆ। ਜੇ ਮੈਂ ਫਲਾਣੇ ਦੇਵੀ ਦੇਵਤੇ ਦੀ ਉਪਾਸਨਾ ਕਰਾਂਗਾ, ਕੋਈ ਵਸਤੂ ਚੜਾਵਾਂਗਾ, ਦੇਵਤਿਆਂ ਨੂੰ ਮੰਨਾਂਗਾ, ਤੇ ਮੈਨੂੰ ਉਹਦੇ ਕੋਲੋਂ ਇਹ ਵਸਤੂ ਮਿਲ ਜਾਏਗੀ। ਇਹ ਭਰਮ ਪੈ ਗਿਆ ਵੀ ਦੇਣ ਵਾਲਾ ਕੇਵਲ ਪਰਮਾਤਮਾ ਹੈ, ਉਹਦੇ ਬਿਨਾਂ ਕੋਈ ਨਹੀਂ ਦੇ ਸਕਦਾ, ਕਰਮ ਤੋਂ ਬਾਹਰ ਹੀ ਵੀ ਕੋਈ ਨਹੀਂ ਦੇ ਸਕਦਾ। ਤੁਮ ਕਹੀਏ ਤੋ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ। ਤੈਨੂੰ ਤੇ ਆਦ ਭਵਾਨੀ ਕਿਹਾ ਜਾਂਦਾ, ਜਦੋਂ ਮੁਕਤੀ ਦਾ ਵਰ ਮੰਗਿਆ ਕਿੱਥੇ ਛੁਪ ਗਈ ਜਾ ਕੇ। ਤੇ ਦੇਵੀ ਨੇ ਆਖਿਆ, ਕਹਿਣ ਲੱਗੀ ਹੈ ਭਗਤ ਮੁਕਤੀ ਦਾ ਵਰ ਮੈਂ ਨਹੀਂ ਦੇ ਸਕਦੀ ਹਾਂ, ਕਿਉਂਕਿ ਮੁਕਤ ਤੇ ਮੈਂ ਆਪ ਖੁਦ ਨਹੀਂ ਹੋਈ ਹਾਂ। ਜਿਹੜੀ ਚੀਜ਼ ਮੈਨੂੰ ਖੁਦ ਨੂੰ ਨਹੀਂ ਮਿਲੀ ਉਹ ਮੈਂ ਤੈਨੂੰ ਕਿਵੇਂ ਦੇ ਦਿਆਂ। ਦੇਵੀ ਦੇਵਤਿਆਂ ਦੀ ਅਰਾਧਨਾ ਕਰਨੀ, ਉਪਾਸਨਾ ਕਰਨੀ, ਉਹਨਾਂ ਦੀ ਮੰਨਤਾ ਕਰਨੀ, ਸਿਰਫ ਇੰਨਾ ਕੁ ਫਰਕ ਪੈ ਸਕਦਾ ਹੈ, ਜਿਹੜੀ ਵਸਤੂ ਤੈਨੂੰ ਸਾਲ ਬਾਅਦ ਮਿਲਣੀ ਹੈ ਉਹ ਸਾਲ ਪਹਿਲਾਂ ਮਿਲ ਜਾਏਗੀ, ਪਰ ਮਿਲੇਗੀ ਉਹ ਜਿਹੜੀ ਕਰਮਾਂ 'ਚ ਲਿਖੀ ਹੈ। ਕਰਮਾਂ ਤੋਂ ਬਾਹਰ ਹੀ ਨਹੀਂ ਕੁਝ ਮਿਲੇਗਾ। ਮਹਾਰਾਜ ਕਹਿਣ ਲੱਗੇ, ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੈ ਕੀ ਪਾਈਐ। ਲੋਕੀ ਧਨ ਵਾਸਤੇ, ਪਦਾਰਥਾਂ ਵਾਸਤੇ, ਵਸਤੂਆਂ ਵਾਸਤੇ ਈਸ਼ਰ ਨਾਮ ਸ਼ਿਵ ਜੀ ਦਾ ਹੈ। ਲੋਕ ਸ਼ਿਵ ਜੀ ਦੀ ਅਰਾਧਨਾ ਕਰਦੇ, ਸਾਰੀ ਸਾਰੀ ਰਾਤ ਜਾਗਦੇ ਸ਼ਿਵਰਾਤਰੀ ਵਾਲੇ ਦਿਨ। ਇਹ ਖੁਸ਼ ਹੋਵੇਗਾ, ਮੈਨੂੰ ਧਨ ਦੇਵੇਗਾ। ਪਰ ਮਹਾਰਾਜ ਕਹਿਣ ਲੱਗੇ, ਉਹ ਭਲਿਆ ਤੈਨੂੰ ਧਨ ਵੀ ਉਹ ਮਿਲਣਾ ਜਿਹੜਾ ਕਰਮਾਂ 'ਚ ਲਿਖਿਆ, ਕਰਮਾਂ ਤੋਂ ਬਾਹਰ ਹੀ ਨਹੀਂ ਮਿਲੇਗਾ। ਜਿਵੇਂ ਦਾ ਆਇਆ ਉਵੇਂ ਦਾ ਹੀ ਜਾਏਗਾ। ਇੱਕ ਸਾਖੀ ਸਰਵਣ ਕਰਾਉਂਦੇ, ਕਹਿਣ ਲੱਗੇ ਇੱਕ ਪਰਿਵਾਰ ਤਾਪ ਕਰਦਾ ਪਿਆ, ਪਤੀ ਵੀ ਹੈ, ਪਤਨੀ ਵੀ ਹੈ, ਤੇ ਉਹਨਾਂ ਦਾ ਇੱਕ ਬੱਚਾ ਵੀ ਹੈ। ਤਿੰਨੇ ਜਾਣੇ ਤਾਪ ਕਰਦੇ ਪਏ। ਤਾਪ ਕਰਦਿਆਂ ਕਰਦਿਆਂ ਪਤਨੀ ਦਾ, ਇਸਤਰੀ ਦਾ ਤਾਪ ਪਹਿਲਾਂ ਪ੍ਰਵਾਨ ਹੋਇਆ। ਦੇਵਤਾ ਪ੍ਰਗਟ ਹੋਇਆ, ਆਖਿਆ ਮੰਗ ਕੀ ਚਾਹੀਦਾ। ਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਨਾ, ਕਹਿਣ ਲੱਗੇ ਰੂਪ ਦੇਖ ਦੇਖ ਨਾਰੀ। ਹੁਣ ਔਰਤ ਦਾ ਸੁਭਾਅ ਹੈ ਕਿ ਮੈਂ ਦੂਜਿਆਂ ਨਾਲੋਂ ਸੋਹਣਾ ਲੱਗਾ, ਸੋਹਣੀ ਲੱਗਾ। ਉਹਨੇ ਵਾਰੇ ਮੰਗ ਲਿਆ ਵੀ ਜੇ ਮੈਨੂੰ ਕੁਝ ਦੇਣਾ ਚਾਹੁੰਦਾ ਨਾ ਮੇਰੇ ਤਾਪ ਦਾ ਫਲ, ਤੇ ਫਲ ਮੈਨੂੰ ਇਹ ਮਿਲੇ, ਮੇਰਾ ਸੋਹਣਾ ਸੁਨੱਖਾ ਰੂਪ ਹੋ ਜਾਏ, ਮੈਂ ਦੁਨੀਆ ਨਾਲੋਂ ਸੋਹਣੀ ਔਰਤ ਬਣ ਜਾਵਾਂ, ਜਵਾਨ ਬਣ ਜਾਵਾਂ। ਦੇਵਤੇ ਨੇ ਵਰ ਦਿੱਤਾ ਤੇ ਚਲਾ ਗਿਆ। ਇਹਨੇ ਚਿਰ ਨੂੰ ਇੱਕ ਰਾਜਾ ਲੰਘਦਾ ਪਿਆ। ਉਹਨੇ ਵੇਖਿਆ ਵੀ ਇੱਕ ਬੱਚਾ ਤੇ ਇੱਕ ਸਿਆਣੀ ਉਮਰ ਦਾ ਆਦਮੀ, ਦੋ ਜਾਣੇ ਬੈਠੇ ਨੇ। ਇੱਕ ਸੋਹਣੇ ਸੁਨੱਖੇ ਰੂਪ ਵਾਲੀ ਔਰਤ ਬੈਠੀ ਹੈ। ਰਾਜਾ ਉਹਦੇ ਕੋਲ ਤਾਕਤ ਹੈ, ਜ਼ੋਰ ਹੈ, ਇਹ ਮੇਰੇ ਮਹਿਲਾਂ ਦੀ ਰਾਣੀ ਹੋਣੀ ਚਾਹੀਦੀ। ਆਪਣੇ ਘੋੜੇ ਤੇ ਬਿਠਾ ਕੇ ਚੱਲ ਪਿਆ। ਥੋੜ੍ਹਾ ਸਮਾਂ ਲੰਘਿਆ ਤੇ ਉਹ ਜਿਹੜਾ ਵਿਅਕਤੀ ਬੈਠਾ ਸੀ ਨਾ, ਉਹਦਾ ਤਾਪ ਪ੍ਰਵਾਨ ਹੋਇਆ। ਦੇਵਤੇ ਨੇ ਆਖਿਆ, ਦੱਸ ਤੈਨੂੰ ਕੀ ਚਾਹੀਦਾ। ਉਹਦੇ ਮਨ ਵਿੱਚ ਵਿਚਾਰ ਤੇ ਇਹ ਹੈ ਨਾ ਵੀ ਮੇਰੀ ਇਸਤਰੀ ਨੂੰ ਰਾਜਾ ਲੈ ਗਿਆ। ਉਹਨੇ ਵਾਰੇ ਮੰਗਿਆ ਕਿ ਜਿਹੜੀ ਸੋਹਣੀ ਇਸਤਰੀ ਨੂੰ ਰਾਜਾ ਇੱਥੋਂ ਲੈ ਕੇ ਗਿਆ ਉਹ ਸੂਰੀ ਬਣ ਜਾਵੇ, ਸੂਰਨੀ ਬਣ ਜਾਵੇ। ਤਪ ਕੀਤਾ, ਫਲ ਮਿਲਿਆ। ਕਹਿਣ ਲੱਗੇ ਠੀਕ ਹੈ, ਤੇਰੀ ਇਸਤਰੀ ਸੂਰਨੀ ਬਣ ਜਾਏਗੀ। ਉਹ ਝੱਟ ਸੂਰੀ ਬਣ ਗਈ, ਘੋੜੇ ਤੇ ਬੈਠੀ ਹੋਈ। ਰਾਜੇ ਨੇ ਵਗਾਹ ਕੇ ਘੋੜੇ ਤੋਂ ਥੱਲੇ ਮਾਰੀ ਵੀ ਇਹ ਤੇ ਮੇਰੇ ਨਾਲ ਕੋਈ ਛਲ ਹੋਇਆ, ਕੋਈ ਧੋਖਾ ਹੋ ਗਿਆ। ਅਗਲਾ ਸਮਾਂ ਲੰਘਿਆ ਤੇ ਬੱਚੇ ਦਾ ਤਾਪ ਪੂਰਾ ਹੋਇਆ। ਬੱਚੇ ਨੂੰ ਪੁੱਛਿਆ, ਕਹਿਣ ਲੱਗੇ ਦੱਸ ਤੈਨੂੰ ਕੀ ਚਾਹੀਦਾ।
ਬੱਚਾ ਕਹਿਣ ਲੱਗਾ ਮੈਨੂੰ ਮਾਂ ਚਾਹੀਦੀ ਹੈ। ਮੇਰੀ ਮਾਂ ਜਿਹੜੀ ਸੂਰੀ ਬਣ ਗਈ ਹੈ, ਜੇ ਦੇਵਤੇ ਮੇਰੇ 'ਤੇ ਪ੍ਰਸੰਨ ਹੋਏ ਨੇ, ਮੇਰੀ ਮਾਂ ਮੈਨੂੰ ਪਹਿਲੇ ਰੂਪ ਦੇ ਵਿੱਚ ਹੀ ਵਾਪਸ ਕਰ ਦਿਓ। ਕਹਿਣ ਲੱਗੇ ਚਲੋ ਠੀਕ ਹੈ, ਤੇਰਾ ਵਰ ਵੀ, ਤੇਰਾ ਤਪ ਵੀ ਪ੍ਰਵਾਨ ਹੋਇਆ। ਉਹ ਪਹਿਲੇ ਰੂਪ ਦੇ ਵਿੱਚ ਫਿਰ ਆ ਗਈ। ਮੰਗਿਆ ਤੇ ਬਹੁਤ ਕੁਝ, ਪਰ ਬਹੁਤ ਕੁਝ ਮੰਗਣ ਤੋਂ ਮਗਰੋਂ ਘੁੰਮ ਘੁਮਾ ਕੇ ਗੱਲ ਉੱਥੇ ਹੀ ਆ ਗਈ, ਜਿਵੇਂ ਦਾ ਪਹਿਲਾ ਸਰੂਪ ਸੀ ਉਵੇਂ ਦਾ ਹੀ ਮਿਲਿਆ। ਮਹਾਰਾਜ ਕਹਿਣ ਲੱਗੇ ਦੂਜਾ ਲੱਗਾ ਹੇਤ। ਜਿਹੜੇ ਦੂਜਿਆਂ ਦੇ ਨਾਲ ਪ੍ਰੇਮ ਕਰਦੇ ਨਾ, ਦੇਵੀ ਦੇਵਤਿਆਂ ਦੇ ਨਾਲ, ਪੀਰਾਂ ਪੈਗੰਬਰਾਂ ਦੇ ਨਾਲ, ਤੇ ਮਨ ਵਿੱਚ ਇਹ ਸੋਚਦੇ ਨੇ ਵੀ ਸਾਨੂੰ ਇਹਨਾਂ ਕੋਲੋਂ ਵਰ ਮਿਲੇਗਾ ਤੇ ਅਸੀਂ ਬੜੇ ਵੱਡੇ ਉੱਚੇ ਬਣ ਜਾਵਾਂਗੇ, ਕਰਮਾਂ ਤੋਂ ਬਾਹਰੀ ਕੁਝ ਨਹੀਂ ਮਿਲਣਾ ਹੈ। ਮਿਲਣਾ ਉਹ ਹੈ ਜਿਹੜਾ ਕਰਮਾਂ 'ਚ ਲਿਖਿਆ ਹੈ। ਅਸੀਂ ਕਈ ਵਾਰੀ ਕਰਮਾਂ ਨਾਲ ਲੜਨ ਦਾ ਯਤਨ ਕਰਦੇ ਹਾਂ, ਭੱਜਣ ਦਾ ਯਤਨ ਕਰਦੇ ਹਾਂ, ਪਰ ਭੱਜਿਆ ਨਹੀਂ ਜਾਏਗਾ, ਲੜਿਆ ਨਹੀਂ ਜਾਏਗਾ। ਕਰਮਾਂ 'ਚ ਲਿਖਿਆ ਹੋਇਆ ਦੁੱਖ ਤੇ ਸੁੱਖ ਇਹ ਤੇ ਦੇਵਤਿਆਂ ਨੂੰ ਭੋਗਣਾ ਪਿਆ, ਅਵਤਾਰਾਂ ਨੂੰ ਭੋਗਣਾ ਪਿਆ। ਰੋਵੈ ਰਾਮ ਨਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਬਾਣੀ ਦਾ ਬਚਨ ਹੈ ਨਾ। ਇੱਥੇ ਤੇ ਰਾਮਚੰਦਰ ਵਰਗੇ ਜਿਹੜੇ ਰੱਬ ਸਨ, ਜਿਹੜੇ ਆਪਣੇ ਆਪ ਨੂੰ ਭਗਵਾਨ ਕਹਿੰਦੇ ਸਨ, ਜਿਨ੍ਹਾਂ ਨੂੰ ਦੁਨੀਆ ਮੰਨਦੀ ਹੈ, ਜੰਗਲਾਂ ਦੇ ਵਿੱਚ ਭੜਕਦੇ ਹੋਏ ਤੇ ਰੋਂਦੇ ਹੋਏ ਦੁਨੀਆ ਨੇ ਵੇਖੇ। ਕਹਿਣ ਲੱਗੇ ਕਰਮਾਂ ਦਾ ਦੁੱਖ ਤੇ ਦੇਵਤਿਆਂ ਤੇ ਅਵਤਾਰਾਂ ਨੂੰ ਮਿਲਿਆ ਹੈ, ਭੋਗਣਾ ਪਿਆ ਹੈ ਆਪਣੇ ਕੀਤੇ ਕਰਮਾਂ ਦਾ ਜੋ ਵੀ ਫਲ ਹੈ। ਫਿਰ ਉਹਨਾਂ ਅਵਤਾਰਾਂ ਦੀ ਤੂੰ ਪੂਜਾ ਕਰਕੇ ਕਿਵੇਂ ਮੁਕਤ ਹੋਵੇਂਗਾ? ਨਹੀਂ ਹੋਇਆ ਜਾਏਗਾ। ਭਾਦਵੇ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਦੂਜੇ ਤੋਂ ਜਿਹੜੇ ਦੂਜੇ ਲੋਕ ਨੇ ਉਹਨਾਂ ਦੇ ਨਾਲ ਹੇਤ ਮੋਹ ਲਾ ਕੇ ਬੈਠਾ ਹੈ, ਦੇਵੀ ਦੇਵਤਿਆਂ ਨਾਲ, ਪੈਗੰਬਰਾਂ ਦੇ ਨਾਲ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਭਾਦਰੋਂ ਦੇ ਮਹੀਨੇ ਦਾ ਇਹੋ ਹੀ ਭਰਮ ਹੈ ਜਿਹੜਾ ਤੂੰ ਆਪਣੇ ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਨਾਲ ਮੋਹ ਲਾ ਲਿਆ ਹੈ। ਇਹ ਭਰਮ ਕਰਕੇ ਲਾਇਆ ਹੈ। ਭਰਮ ਇਹ ਪੈ ਗਿਆ ਜੇ ਮੈਨੂੰ ਪਰਮਾਤਮਾ ਕੋਲੋਂ ਨਹੀਂ ਮਿਲੇਗਾ ਤੇ ਦੂਜਿਆਂ ਕੋਲੋਂ ਮਿਲ ਜਾਏਗਾ। ਪਰ ਇਹ ਭਰਮ ਭੁਲੇਖਾ ਕੱਢ ਦੇ, ਦੂਜਿਆਂ ਕੋਲੋਂ ਕੁਝ ਨਹੀਂ ਮਿਲੇਗਾ ਜਿੰਨਾ ਚਿਰ ਪਰਮਾਤਮਾ ਕਰਮਾਂ 'ਚ ਨਹੀਂ ਲਿਖੇਗਾ। ਇਸ ਭਰਮ ਨੂੰ ਕੱਢਣਾ ਕਰ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਸਤਿਗੁਰੂ ਕਹਿਣ ਲੱਗੇ ਭਾਵੇਂ ਤੂੰ ਲੱਖਾਂ ਸ਼ਿੰਗਾਰ ਬਣਾ ਲਾ। ਸ਼ਿੰਗਾਰ ਕੀ ਹੈ? ਲੱਖਾਂ ਸਾਧਨ ਕਰਨਾ। ਕੋਈ ਜਲ ਧਾਰੇ ਕਰਦਾ ਹੈ, ਕੋਈ ਕੇਲੇ ਦਾ ਬੂਟਾ ਲਾਉਂਦਾ ਹੈ, ਕੋਈ ਕੇਲੇ ਕੋਲ ਦੀਵਾ ਜਗਾਉਂਦਾ ਹੈ, ਕੋਈ ਫੁੱਲ ਲਿਆ ਕੇ ਚੜਾਉਂਦਾ। ਕਿਸੇ ਨੇ ਕੋਈ ਸਾਧਨ ਕੀਤਾ, ਕਿਸੇ ਨੇ ਕੋਈ ਸਾਧਨ ਕੀਤਾ, ਕੋਈ ਪਾਣੀ ਵਿੱਚ ਖੜਾ ਹੋਇਆ, ਕੋਈ ਅੱਗ ਦੇ ਕੋਲ ਬੈਠਾ ਹੋਇਆ। ਮਹਾਰਾਜ ਕਹਿਣ ਲੱਗੇ ਲੱਖਾਂ ਸ਼ਿੰਗਾਰ ਇਸ ਤਰ੍ਹਾਂ ਦੇ ਕਰ ਲਾ ਵੀ ਮੇਰੇ ਤੇ ਰੱਬ ਖੁਸ਼ ਹੋ ਜਾਏ। ਨਹੀਂ, ਇਹ ਤੇਰੇ ਕੀਤੇ ਐਸੇ ਸਾਧਨ, ਰੱਬ ਇਹਨਾਂ ਨਾਲ ਖੁਸ਼ ਨਹੀਂ ਹੋਵੇਗਾ। ਭੁੱਖੇ ਰਹਿਣ ਨਾਲ, ਪਿਆਸੇ ਰਹਿਣ ਦੇ ਨਾਲ, ਨੰਗੇ ਪੈਰੀ ਰਹਿਣ ਦੇ ਨਾਲ, ਪਿੰਡਾ ਨੰਗਾ ਰੱਖਣ ਦੇ ਨਾਲ, ਜਟਾ ਬਣਾਉਣ ਦੇ ਨਾਲ, ਜੰਗਲ ਵਿੱਚ ਬੈਠਣ ਦੇ ਨਾਲ ਰੱਬ ਖੁਸ਼ ਨਹੀਂ ਹੋਵੇਗਾ। ਇਹ ਤੇਰੇ ਕੀਤੇ ਹੋਏ ਕੰਮ ਕਿਸੇ ਕੰਮ ਨਹੀਂ ਆਉਣੇ ਹਨ। ਕਾਰਜ ਨਾਹੀ ਕੇਤ ਜਿਤਨ ਦੇਹ ਬਿਨ ਸਸੀ ਤਿਤ ਵੇਲਾ ਕੈਸਨ ਪ੍ਰੇਤ। ਜਿਹੜੇ ਜੀ ਅੱਜ ਮਾਤਾ ਪਿਤਾ, ਭੈਣ ਭਰਾ, ਸਾਕ ਸੰਬੰਧੀ ਤੈਨੂੰ ਆਪਣਾ ਕਹਿੰਦੇ, ਆਪਣਾ ਕਹਿੰਦੇ, ਇਹ ਮੇਰਾ ਪਾਪਾ ਹੈ, ਇਹ ਮੇਰੀ ਮਾਤਾ ਹੈ, ਇਹ ਮੇਰਾ ਭਰਾ ਹੈ, ਇਹ ਮੇਰਾ ਪੁੱਤਰ ਹੈ, ਜਿਹੜੇ ਅੱਜ ਆਪਣਾ ਕਹਿੰਦੇ ਨਾ, ਇਹ ਉਹਨਾਂ ਚਿਰ ਹੀ ਆਪਣਾ ਕਹਿਣਗੇ ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਪਏ, ਜਾਨ ਹੈ ਤੇਰੇ ਅੰਦਰ, ਉਹਨਾਂ ਚਿਰ ਤੂੰ ਆਪਣਾ ਹੈ। ਜਿੱਦਣ ਰੱਬ ਨੇ ਜਾਨ ਕੱਢ ਲਈ ਨਾ ਵਿੱਚੋਂ ਤੇ ਰਹਿ ਗਿਆ ਮੁਰਦਾ ਸਰੀਰ, ਉਸ ਦਿਨ ਤੇਰੇ ਆਪਣਿਆਂ ਨੇ ਵੀ ਆਖਣਾ ਵੀ ਇਹ ਤੇ ਪ੍ਰੇਤ ਹੈ। ਤੇਰੇ ਆਪਣੇ ਤੇਰੇ ਨੇੜੇ ਨਹੀਂ ਜਾਣਗੇ, ਤੇਰੇ ਨੇੜੇ ਨਹੀਂ ਆਉਣਗੇ। ਜਿਤ ਦਿਨ ਦੇਹ ਬਿਨਸਸੀ, ਜਿਸ ਦਿਨ ਦੇਹ ਨਾਸ ਹੋ ਗਈ, ਆਤਮਾ ਨਿਕਲ ਗਈ, ਤਿਤ ਵੇਲੇ ਕਹਿ ਸਨ ਪ੍ਰੇਤ, ਸਾਰਿਆਂ ਨੇ ਆਖਣਾ ਇਹ ਤੇ ਪ੍ਰੇਤ ਹੈ। ਮੁਰਦੇ ਦੇ ਨਾਲ ਜਾਂਦੇ ਲੋਕ ਸ਼ਮਸ਼ਾਨ ਦੇ ਵਿੱਚ, ਜਦੋਂ ਮੁਰਦੇ ਨੂੰ ਚਿਖਾ 'ਤੇ ਰੱਖਿਆ ਜਾਂਦਾ ਨਾ, ਕਈਆਂ ਇਲਾਕਿਆਂ ਵਿੱਚ ਰਿਵਾਜ ਹੈ, ਉਹਨਾਂ ਦੇ ਹੱਥ ਵਿੱਚ ਇੱਕ ਇੱਕ ਤੀਲਾ ਵੰਡ ਕੇ ਦਿੱਤਾ ਜਾਂਦਾ ਹੈ ਅਤੇ ਉਹ ਤੀਲਾ ਤੋੜ ਕੇ ਤੇ ਚਿਖਾ ਦੇ ਉੱਪਰ ਸੁੱਟ ਦੇ। ਉਹਨਾਂ ਦੀ ਮਨੌਤ ਇਹ ਹੈ ਵੀ ਲੈ ਤੇਰਾ ਤੇ ਸਾਡਾ ਰਿਸ਼ਤਾ ਟੁੱਟ ਗਿਆ, ਤੇਰਾ ਤੇ ਸਾਡਾ ਮੋਹ ਟੁੱਟ ਗਿਆ। ਜੱਤਰ ਆਇਆ ਤੱਤਰ ਗਸ਼ਤੀ, ਜਿੱਧਰੋਂ ਆਇਆ ਹੈ ਉੱਧਰ ਚਲੇ ਜਾ, ਹੁਣ ਸਾਨੂੰ ਤੰਗ ਨਾ ਕਰੀ, ਹੁਣ ਸਾਨੂੰ ਦਿਖਾਈ ਨਾ ਦੇਵੀਂ, ਸਾਨੂੰ ਨਾ ਮਿਲੀ ਹੁਣ ਜ਼ਿੰਦਗੀ ਵਿੱਚ।
ਜਿਹਨੇ ਸਾਰੀ ਉਮਰ ਮਸ਼ੱਕਤ ਕੀਤੀ, ਪਾਲਿਆ ਸਾਂਭਿਆ, ਸਾਰਾ ਕੁਝ ਕੀਤਾ, ਇਹ ਲੋਕ ਉਹਨਾਂ ਚਿਰ ਹੀ ਉਹਦੇ ਬਣੇ ਜਿੰਨਾ ਚਿਰ ਉਹ ਜਿਉਂਦਾ ਰਿਹਾ। ਜਿੱਦਣ ਉਹ ਮਰਿਆ ਫਿਰ ਨਹੀਂ ਕਿਸੇ ਨੇ ਆਖਿਆ ਵੀ ਸਾਨੂੰ ਮਿਲ ਕੇ ਜਾਈ। ਕਿਤੇ ਆਉਂਦਾ ਜਾਂਦਾ ਚਾਹ ਪਾਣੀ ਪੀ ਜਾਈ। ਚਾਹ ਪਾਣੀ ਪੀਣ ਦੇ ਦੂਰ ਦੀ ਗੱਲ ਹੈ, ਕਿਤੇ ਦਰਵਾਜ਼ੇ 'ਚ ਖਲੋਤਾ ਮਿਲ ਜਾਵੇ, ਕਿਤੇ ਭੁਲੇਖਾ ਹੀ ਪੈ ਜਾਵੇ ਤੇ ਦੁਨੀਆ ਡਰ ਜਾਂਦੀ ਹੈ ਕਿਤੇ ਮੈਨੂੰ ਲੈਣ ਤਾਂ ਨਹੀਂ ਆ ਗਿਆ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਆਪਣੇ ਸਮਝਦਾ ਹੈ ਇਹ ਉਹਨਾਂ ਚਿਰ ਤੇਰੇ ਆਪਣੇ ਜਿੰਨਾ ਚਿਰ ਸਰੀਰ ਵਿੱਚ ਜਾਨ ਹੈ। ਜਿੱਦਣ ਜਾਨ ਨਿਕਲੀ ਤੈਨੂੰ ਪ੍ਰੇਤ ਪ੍ਰੇਤ ਕਰਕੇ ਦੁਨੀਆ ਨੇ ਤੇਰੇ ਕੋਲੋਂ ਭੱਜਣਾ ਹੈ, ਦੁਨੀਆ ਨੇ ਤੇਰੇ ਕੋਲੋਂ ਦੂਰ ਜਾਣਾ ਹੈ। ਅੱਜ ਸਾਡੇ ਘਰ ਦਾ ਮੈਂਬਰ ਥੋੜਾ ਲੇਟ ਹੋ ਜਾਵੇ, ਘਰ ਨਾ ਆਵੇ ਤੇ ਅਸੀਂ ਪੁੱਛਦੇ ਹਾਂ ਤੂੰ ਕਿੱਥੇ ਪਹੁੰਚ ਗਿਆ, ਕਦੋਂ ਆਵੇਂਗਾ। ਸਾਨੂੰ ਤੇਰੀ ਫਿਕਰ ਹੋ ਰਹੀ ਹੈ। ਜਦੋਂ ਉਹੀ ਮਰ ਕੇ ਕਿਤੇ ਉਹਦੀ ਆਤਮਾ ਸਾਡੇ ਘਰ ਵਿੱਚ ਆ ਜਾਵੇ ਤਾਂ ਸਾਨੂੰ ਤਾਂ ਫਿਕਰ ਹੁੰਦੀ ਹੈ ਵੀ ਘਰ ਵਿੱਚ ਕਿਉਂ ਆ ਗਈ ਹੈ। ਜਿਉਂਦੇ ਦਾ ਫਿਕਰ ਸੀ ਵੀ ਘਰੇ ਕਿਉਂ ਨਹੀਂ ਆਇਆ, ਮਰੇ ਤੋਂ ਮਗਰੋਂ ਜੇ ਆ ਗਿਆ ਤੇ ਤਾਂ ਵੀ ਫਿਕਰ ਹੈ। ਫਿਰ ਉਹਦੇ ਵਾਸਤੇ ਕਈ ਉਪਾਅ ਕਰਾਏ ਜਾਂਦੇ, ਸਿਆਣਿਆਂ ਦੇ ਕੋਲ ਜਾ ਕੇ ਕਈ ਤਰ੍ਹਾਂ ਦੇ ਧਾਗੇ, ਕਈ ਤਰ੍ਹਾਂ ਦੇ ਕਿੱਲ ਦਰਵਾਜ਼ਿਆਂ 'ਚ ਠੋਕੇ ਜਾਂਦੇ। ਸਾਡੇ ਘਰ ਨੂੰ ਕੀਲ ਦਿਓ, ਇਹਦੀ ਆਤਮਾ ਦੁਬਾਰਾ ਨਾ ਕਿਤੇ ਘਰ ਦੇ ਵਿੱਚ ਆ ਜਾਵੇ। ਪਰ ਆਤਮਾ ਤੇ ਉਹੀ ਹੈ ਨਾ ਜਿਹਨੇ ਤੈਨੂੰ ਪਹਿਲਾਂ ਸਰੀਰ ਵਿੱਚ ਹੋ ਕੇ ਪਾਲਿਆ ਤੇ ਸਾਂਭਿਆ ਤੇ ਵੱਡਾ ਕੀਤਾ। ਅੱਜ ਉਹ ਸਰੀਰ ਗਿਆ ਤੇ ਆਤਮਾ ਦੇ ਨਾਲੋਂ ਵੀ ਰਿਸ਼ਤਾ ਟੁੱਟ ਗਿਆ। ਲੋਕ ਡਰਨ ਲੱਗ ਪਏ, ਇਹ ਦੁਬਾਰਾ ਦਿਸਣਾ ਨਹੀਂ ਚਾਹੀਦਾ ਹੈ। ਸਤਿਗੁਰੂ ਕਹਿਣ ਲੱਗੇ ਉਹ ਬੰਦਿਆ ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਪ੍ਰੀਤ ਪ੍ਰੀਤ ਕਾਰ ਭਾਗੀ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਹੀ ਸੁਖ ਸੋ ਸਭ ਲਾਗਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨਿਰੈ। ਇਹ ਮਹਾਰਾਜ ਜੀਆਂ ਦੇ ਬਚਨ ਹਨ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਸਤਿਗੁਰੂ ਕਹਿਣ ਲੱਗੇ ਜਦੋਂ ਜਮਾਂ ਨੇ ਪਕੜ ਕੇ ਚਲਾਉਣਾ ਹੈ ਨਾ ਤੈਨੂੰ ਨਾਲ ਆਪਣੇ ਵੀ ਚੱਲ ਭਾਈ ਤੇਰਾ ਸਮਾਂ ਆ ਗਿਆ ਹੈ। ਪਕੜ ਚਲਾਇਨ ਜਮਦੂਤ, ਜਦੋਂ ਜਮਦੂਤਾਂ ਨੇ ਤੈਨੂੰ ਪਕੜ ਕੇ ਚਲਾਇਆ ਤਾਂ ਕਿਸੇ ਨਾ ਦੇਣੀ ਭੇਤ। ਜਿਹੜੇ ਚਾਰ ਚੁਫੇਰੇ ਰਿਸ਼ਤੇਦਾਰ ਮੰਜੇ ਦੇ ਖਲੋਤੇ ਸਨ, ਕਿਸੇ ਨੂੰ ਪਤਾ ਨਹੀਂ ਲੱਗਾ ਵੀ ਉਹਨਾਂ ਜਮਾਂ ਨੇ ਕਦੋਂ ਅੰਦਰੋਂ ਆਤਮਾ ਕੱਢ ਲੈਣੀ ਹੈ, ਕਦੋਂ ਜਾਨ ਕੱਢ ਲੈਣੀ ਹੈ, ਪਤਾ ਹੀ ਨਹੀਂ ਲੱਗਣਾ। ਜਦੋਂ ਜਾਨ ਨਿਕਲ ਗਈ, ਜਿਹਨੇ ਹੱਥ ਵਿੱਚ ਨਬਜ਼ ਫੜੀ ਹੈ ਨਾ ਉਹ ਆਖੇਗਾ ਵੀ ਲਓ ਵੀ ਨਬਜ਼ ਖੜ ਗਈ ਹੈ ਤੇ ਤੁਰ ਗਿਆ ਜੇ। ਜਿਹੜਾ ਉਹਦੀਆਂ ਅੱਖਾਂ ਵੱਲ ਵੇਖਦਾ ਪਿਆ ਉਹ ਆਖੇਗਾ ਇਹਦੀਆਂ ਅੱਖਾਂ ਖੜ ਗਈਆਂ, ਅੱਖਾਂ ਚੜ੍ਹ ਗਈਆਂ, ਇਹ ਨਹੀਂ ਹੁਣ ਅੱਖਾਂ ਹਿਲਾਉਂਦਾ, ਇਹ ਪੂਰਾ ਹੋ ਗਿਆ ਹੈ। ਕੂਕ ਚੀਕ ਉਸੇ ਵੇਲੇ ਪੈ ਗਈ। ਪਰ ਉਹਨਾਂ ਨੇ ਆਤਮਾ ਕਦੋਂ ਕੱਢੀ, ਜਮਾਂ ਨੇ ਆ ਕੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਪਕੜ ਚਲਾਇਨ ਦੂਤ ਜਮ, ਇਹ ਜਿਹੜੇ ਜਮ ਦੇ ਦੂਤ ਨੇ ਜਦੋਂ ਪਕੜ ਕੇ ਚਲਾਉਂਦੇ ਨੇ ਕਿਸੇ ਨੂੰ ਭੇਤ ਨਹੀਂ ਦਿੰਦੇ, ਪਤਾ ਨਹੀਂ ਲੱਗਣ ਦਿੰਦੇ। ਔਰ ਨਾ ਹੀ ਕਿਸੇ ਨੂੰ ਦੱਸਦੇ ਨੇ ਪਹਿਲਾਂ ਵੀ ਫਲਾਣਿਆਂ ਤੇਰੀ ਕੱਲ੍ਹ ਨੂੰ ਮੌਤ ਇਸ ਵੇਲੇ ਹੋਵੇਗੀ, ਦੱਸਦੇ ਵੀ ਨਹੀਂ। ਪਹਿਲਾਂ ਵੀ ਕਿਸੇ ਨੂੰ ਕੋਈ ਨੋਟਿਸ ਵਗੈਰਾ ਨਹੀਂ ਆਉਂਦਾ ਹੈ। ਇਹ ਤੇ ਗੁਪਤੀ ਕੰਮ ਹੁੰਦਾ, ਜਦੋਂ ਹੋ ਜਾਂਦਾ ਹੈ ਫਿਰ ਬਖਸ਼ਿਸ਼ ਕਰਦੇ ਹਨ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਜਦੋਂ ਜਮ ਦੂਤ ਲੈ ਕੇ ਚੱਲਦੇ ਨੇ ਉਹ ਇਹ ਦੱਸ ਕੇ ਨਹੀਂ ਜਾਂਦੇ, ਪਰਿਵਾਰ ਨੂੰ ਵੀ ਨਹੀਂ ਦੱਸਦੇ, ਔਰ ਜਿਹਨੂੰ ਲੈ ਕੇ ਚੱਲੇ ਨੇ ਆਤਮਾ ਨੂੰ ਉਹਨੂੰ ਵੀ ਨਹੀਂ ਦੱਸਦੇ ਤੈਨੂੰ ਅਸੀਂ ਕਿਹੜੇ ਨਰਕ ਵਿੱਚ ਪਾਉਣਾ ਹੈ, ਦੱਸਿਆ ਨਹੀਂ ਜਾਂਦਾ ਹੈ। ਸਪੈਸ਼ਲ ਫੋਰਸ ਹੁੰਦੀ ਹੈ ਨਾ ਦੇਸ਼ ਦੀ, ਕੋਈ ਵੱਡਾ ਬੰਦਾ ਗੁਨਾਹ ਕਰੇ ਉਹਨੂੰ ਝਾਟੀ ਚੁੱਕ ਕੇ ਲੈ ਜਾਂਦੇ, ਪਰ ਉਹਨੂੰ ਦੱਸਦੇ ਨਹੀਂ ਰਾਹ ਵਿੱਚ ਵੀ ਤੇਰੇ ਨਾਲ ਅੱਗੇ ਕੀ ਹੋਣਾ ਹੈ, ਭਾਵੇਂ ਪਤਾ ਸਾਰਾ ਹੀ ਹੋਵੇ। ਕਹਿਣ ਲੱਗੇ ਜਮ ਦੂਤ ਵੀ ਭਾਈ ਇਸ ਤਰ੍ਹਾਂ ਦੇ ਨੇ, ਬੰਦੇ ਨੂੰ ਪਕੜ ਕੇ ਜਦੋਂ ਲੈ ਕੇ ਜਾਂਦੇ ਉਹ ਦੱਸਦੇ ਨਹੀਂ ਵੀ ਤੈਨੂੰ ਕਿਹੜੇ ਨਰਕ ਵਿੱਚ ਪਾਉਣਾ ਹੈ, ਭੇਦ ਕੋਈ ਨਹੀਂ ਦਿੰਦੇ ਹਨ। ਇਹ ਤੇ ਉਦੋਂ ਪਤਾ ਲੱਗਦਾ ਜਦੋਂ ਨਰਕ ਦੇ ਦਰਵਾਜ਼ੇ ਤੇ ਜਾ ਕੇ ਖੜਿਆ ਕਰ ਦਿੰਦੇ। ਮਹਾਰਾਜ ਕਹਿਣ ਲੱਗੇ ਪਕੜ ਚਲਾਇਨ ਦੂਤ ਜਮ, ਇਹ ਜਮ ਦੇ ਦੂਤ ਜਦੋਂ ਪਕੜ ਕੇ ਲੈ ਚੱਲਦੇ ਕਿਸੇ ਨਾ ਦੇਣੀ ਭੇਦ, ਕਿਸੇ ਨੂੰ ਭੇਦ ਨਹੀਂ ਆਉਣ ਦਿੰਦੇ ਕਿਹੜੇ ਨਰਕ ਵਿੱਚ ਸੁੱਟਣਾ, ਕਿਹੜੀ ਸਜ਼ਾ ਦੇਣੀ ਹੈ। ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਦੇ ਨਾਲ ਤੇਰਾ ਮੋਹ ਲੱਗਾ ਸੀ ਨਾ ਉਹ ਛੱਡ ਕੇ ਪਰੇ ਹੋ ਗਏ, ਇੱਕ ਖਿਣ ਵਿੱਚ ਹੀ ਪਰਾਏ ਹੋ ਗਏ। ਜਿੰਨਾ ਚਿਰ ਜਿਉਂਦਾ ਸੀ ਜ਼ਮੀਨ ਜਾਇਦਾਦ ਘਰ ਬਾਰ ਇਹਦੇ ਨਾਮ ਹੈ, ਇਹਦੇ ਨਾਮ ਬੋਲਦਾ, ਮਰਨ ਦੀ ਢੇਰ ਹੈ, ਸਭ ਕੁਝ ਬੇਗਾਨਾ ਹੋ ਗਿਆ। ਕਹਿਣ ਲੱਗੇ ਬਾਪੂ ਨੂੰ ਤੇ ਸ਼ਮਸ਼ਾਨ ਵਿੱਚ ਬਾਅਦ ਵਿੱਚ ਲੈ ਕੇ ਜਾਵਾਂਗੇ,
ਬੇਬੇ ਦਾ ਸੰਸਕਾਰ ਤੇ ਬਾਅਦ ਵਿੱਚ ਕਰਾਂਗੇ, ਪਹਿਲਾਂ ਸੋਨਾ ਵੰਡ ਲਈਏ ਜਿੰਨਾ ਮਾਤਾ ਦੇ ਕੋਲ ਹੈ। ਹੁਣ 4 ਰਿਸ਼ਤੇਦਾਰ ਆਏ ਨੇ, ਇਹਨਾਂ ਨੇ ਚਲੇ ਜਾਣਾ ਸੰਸਕਾਰ ਤੋਂ ਬਾਅਦ ਵਿੱਚ, ਵਾਪਸ ਘਰ ਨਹੀਂ ਆਉਣਗੇ। ਹੁਣ 4 ਆਪਾਂ ਮੰਜੇ ਦੇ ਕੋਲ ਬੈਠੇ ਹਾਂ, ਜ਼ਮੀਨ ਹੀ ਵੰਡ ਲਈਏ ਵੀ ਕਿਹੜੀ ਕਿਹਨੂੰ ਮਿਲਣੀ ਹੈ। ਸਤਿਗੁਰੂ ਕਹਿੰਦੇ ਐਸੀ ਹਾਲਤ ਹੈ, ਛੱਡ ਖੜੋਤੇ ਖਿਣੇ ਮਾਹ। ਜਿਨ੍ਹਾਂ ਦੇ ਨਾਲ ਰਿਸ਼ਤਾ ਬਣਿਆ ਸੀ 60 ਸਾਲ ਦਾ, 80 ਸਾਲ ਦਾ, 50 ਸਾਲ ਦਾ, ਉਹ ਇੱਕ ਖਿਣ ਦੇ ਵਿੱਚ ਹੀ ਪਰਾਏ ਹੋ ਗਏ, ਕੋਈ ਆਪਣਾ ਰਹਿੰਦਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੇ ਨਾਲ ਹੇਤ ਲਾਇਆ ਸੀ ਨਾ ਪ੍ਰੇਮ, ਉਹ ਪ੍ਰੇਮ ਕਰਨ ਵਾਲੇ ਪਰੇ ਹੋ ਗਿਆ, ਦੂਰ ਹੋ ਜਾਂਦੇ ਹਨ। ਹੱਥ ਮਰੋੜਾ ਤਨ ਕਪੇ ਸਿਆਹੋ ਆਸੇਤ। ਸਤਿਗੁਰੂ ਕਹਿਣ ਲੱਗੇ ਜਦੋਂ ਬੰਦਾ ਜਵਾਨ ਹੁੰਦਾ ਨਾ, ਉਦੋਂ ਆਪਣੀਆਂ ਤੇ ਦੂਜਿਆਂ ਦੀਆਂ ਬਾਹਾਂ ਮਰੋੜ ਮਰੋੜ ਕੇ ਵਿਖਾਉਂਦਾ ਵੀ ਆਹ ਵੇਖ ਮੇਰੇ ਵਿੱਚ ਇੰਨੀ ਤਾਕਤ ਹੈ। ਦੂਜੇ ਦੀ ਬਾਂਹ ਫੜ ਲੈਂਦਾ ਗੁੱਟ ਤੋਂ ਤੇ ਫਿਰ ਬਾਂਹ ਨੂੰ ਵੱਟ ਚਾੜਦਾ, ਕਹਿੰਦਾ ਲੈ ਛੜਾ ਕੇ ਵਿਖਾ ਜੇ ਤੇਰੇ ਵਿੱਚ ਜ਼ੋਰ ਹੈ। ਅਗਲਾ ਵਿਚਾਰਾ ਅੱਗੋਂ ਜ਼ੋਰ ਲਾਉਂਦਾ, ਉਹਦੀ ਬਾਂਹ ਵੀ ਦਰਦ ਹੁੰਦੀ ਹੈ, ਛੜਾ ਨਹੀਂ ਪਾਉਂਦਾ। ਫਿਰ 4 ਬੰਦਿਆਂ ਨੂੰ ਕਹਿੰਦਾ ਵੇਖਿਆ ਮੇਰੀਆਂ ਖੁਰਾਕਾਂ ਖਾਧੀਆਂ, ਫਲਾਣੇ ਦੇ ਗੁੱਟ ਤੋਂ ਫੜਿਆ ਤੇ ਮੈਂ ਹਿੱਲਣ ਨਹੀਂ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਹੱਥ ਮਰੋੜਾ, ਦੂਜਿਆਂ ਦੇ ਹੱਥ ਮਰੋੜ ਕੇ ਦੂਰੇ ਕਰ ਦਿੰਦਾ, ਇੰਨੀ ਤਾਕਤ ਵਿਖਾਉਂਦਾ ਹੈ। ਤਨ ਕਪੇ, ਤੇ ਕਪ ਨਾਮ ਗੁਰਮੁਖੋ ਬਾਂਦਰ ਦਾ ਹੈ। ਜਿਵੇਂ ਬਾਂਦਰ ਟਪੂਸੀਆਂ ਮਾਰਦਾ ਨਾ, ਇੱਧਰ ਉੱਧਰ ਸ਼ਰਾਰਤਾਂ ਕਰਦਾ, ਚੰਚਲ ਰਹਿੰਦਾ। ਜਵਾਨੀ ਦੇ ਵਿੱਚ ਬੜੀਆਂ ਛਾਲਾਂ ਮਾਰਦਾ, ਇੱਧਰ ਉੱਧਰ ਦੌੜਿਆ ਫਿਰਦਾ। ਵੇਖੋ ਮੇਰੇ ਵਿੱਚ ਕਿੰਨੀ ਚਲਾਕੀ ਹੈ, ਵੇਖੋ ਮੇਰੇ ਵਿੱਚ ਕਿੰਨੀ ਫੁਰਤੀ ਹੈ, ਵੇਖੋ ਮੇਰੇ ਵਿੱਚ ਕਿੰਨਾ ਜ਼ੋਰ ਹੈ। ਮੈਂ ਭੱਜ ਕੇ ਝਾਟੀ ਚੜ੍ਹ ਜਾਂਦਾ, ਵੱਡੀਆਂ ਵੱਡੀਆਂ ਇਮਾਰਤਾਂ 'ਤੇ ਉਤਰ ਜਾਂਦਾ, ਛਾਲਾਂ ਮਾਰਦਾ ਹੋਇਆ। ਕਹਿਣ ਲੱਗੇ ਬਾਂਦਰ ਦੇ ਵਾਂਗ ਬੜੀ ਚਲਾਕੀ ਕਰ ਕਰਕੇ ਵਿਖਾਉਂਦਾ ਹੈ। ਆਹ ਵੇਖੋ ਮੇਰੇ ਵਿੱਚ ਜਵਾਨੀ ਦਾ ਜ਼ੋਰ ਹੈ, ਮੈਂ ਕੀ ਕਰ ਸਕਦਾ। ਤਨ ਕਪੇ, ਤਨ ਜਿਹੜਾ ਸਰੀਰ ਹੈ, ਕਪੇ ਕਹੀਏ ਬਾਂਦਰ ਵਾਂਗ ਚੰਚਲ ਕਰਕੇ ਵਿਖਾਉਂਦਾ ਹੈ। ਅਗਲਾ ਬਚਨ ਮਹਾਰਾਜ ਨੇ ਵਰਤਿਆ ਸਿਆਹੋ। ਕਾਲਾ ਟਿੱਕਾ, ਕਾਲਾ ਦਾਗ ਤੇ ਲੱਗਣ ਹੀ ਨਹੀਂ ਦਿੰਦਾ। ਕਹਿਣ ਲੱਗਾ ਕਾਲਾ ਤੇ ਮੈਨੂੰ ਪਸੰਦ ਹੀ ਨਹੀਂ ਹੈ, ਮੇਰੀ ਤੇ ਜਵਾਨੀ ਨੂੰ ਦਾਗ ਲੱਗ ਜਾਏਗਾ। ਮੇਰੇ ਕੱਪੜੇ ਤੇ ਕਾਲਾ ਦਾਗ ਨਹੀਂ ਲੱਗਣਾ ਚਾਹੀਦਾ, ਮੇਰੀ ਜੁੱਤੀ ਤੇ ਕੋਈ ਮਿੱਟੀ ਘਟਾ ਨਹੀਂ ਦਿਸਣਾ ਚਾਹੀਦਾ, ਮੇਰੀ ਪੱਗ ਵੀ ਸਾਫ਼ ਹੋਣੀ ਚਾਹੀਦੀ ਹੈ, ਮੇਰਾ ਮੂੰਹ ਵੀ ਸਾਫ਼ ਹੋਣਾ ਚਾਹੀਦਾ। ਕਾਲਾ ਦਾਗ ਕਾਲਖ ਮੈਲ ਤੇ ਪਸੰਦ ਨਹੀਂ ਕਰਦਾ ਹੈ, ਲੱਗ ਜਾਵੇ ਤੇ ਕੱਪੜਾ ਲਾਹ ਕੇ ਵਗਾ ਕੇ ਪਰੇ ਮਾਰਦਾ ਹੈ। ਹੁਆ ਸੇਤ, ਸੇਤ ਨਾਮ ਚਿੱਟੇ ਦਾ, ਕਰੀਮਾ ਪਾਊਡਰ ਲਾ ਕੇ ਭਾਵੇਂ ਰੰਗ ਕਾਲਾ ਵੀ ਹੋਵੇ ਨਾ, ਤੇ ਬਿਊਟੀ ਪਾਰਲਰ ਵਾਲਿਆਂ ਕੋਲ ਇਹੋ ਜਿਹੀ ਮਸ਼ੀਨ ਹੈ ਵੀ ਉਹਦੇ ਵਿੱਚ ਪਾ ਕੇ ਬੰਦੇ ਦਾ ਚਿਹਰਾ ਚਿੱਟਾ ਬਣਾ ਦਿੰਦੇ ਵੀ ਇਹਦੇ ਵਰਗਾ ਸੁਨੱਖਾ ਕੋਈ ਹੈ ਨਹੀਂ ਦੁਨੀਆ ਵਿੱਚ। ਕਰੀਮਾ ਪਾਊਡਰ ਲਾ ਕੇ ਉਹਨਾਂ ਦੁਕਾਨਾਂ 'ਤੇ ਜਾ ਕੇ ਤਿਆਰ ਹੋ ਕੇ ਚਿੱਟਾ ਬਣ ਜਾਂਦਾ, ਸੋਹਣਾ ਬਣ ਜਾਂਦਾ ਹੈ। ਪਰ ਇਹ ਸੋਹਣੇ ਦਾ ਤੇ ਪਤਾ ਉਦੋਂ ਲੱਗੇਗਾ ਨਾ ਜਦੋਂ ਸ਼ਾਮ ਨੂੰ ਮੂੰਹ ਧੋਵੇਗਾ। ਉਹ ਸਾਰਾ ਹੀ ਕੀਤਾ ਹੋਇਆ ਰੰਗ ਰੋਗਨ ਲੈ ਜਾਣਾ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਕਾਲਾ ਦਾਗ ਜਵਾਨੀ ਵਿੱਚ ਪਸੰਦ ਨਹੀਂ ਕਰਦਾ ਹੈ, ਚਿੱਟਾ ਸੋਹਣਾ ਗੋਰਾ ਲੱਗਾ ਐਸਾ ਮੇਕਅਪ ਕਰਦਾ, ਐਸਾ ਸਰੀਰ ਦੀ ਸਜਾਵਟ ਬਣਾਉਂਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹੱਥ ਮਰੋੜਾ ਤਨ ਕਪੇ ਸਿਆਹੋ ਆਸੇਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਅੰਤ ਸਮਾਂ ਆਉਂਦਾ ਨਾ, ਪਰਮਾਤਮਾ ਆਪਣੇ ਆਪ ਹੀ ਹੱਥ ਮੋੜ ਦਿੰਦਾ ਹੈ। ਹੱਥ ਵਿੰਗੇ ਟੇਢੇ ਹੋ ਗਏ, ਉਂਗਲਾਂ ਕਿੱਧਰ ਨੂੰ ਚਲੇ ਗਈਆਂ, ਗੁੱਟ ਕਿੱਧਰ ਨੂੰ ਹੋ ਗਿਆ। ਜਵਾਨੀ ਵਿੱਚ ਦੂਜਿਆਂ ਦੇ ਹੱਥ ਮਰੋੜ ਕੇ ਤਾਕਤ ਵਿਖਾਉਂਦਾ ਸੀ, ਬੁਢੇਪੇ ਵਿੱਚ ਆਪਣੇ ਆਪੇ ਹੀ ਮੁੜ ਗਏ। ਆਪਣੇ ਅੰਗਾਂ ਵਿੱਚ ਬਲ ਨਹੀਂ ਰਹਿ ਗਿਆ, ਅੰਗ ਕਮਜ਼ੋਰ ਹੋ ਗਏ। ਦੂਜਿਆਂ ਦੇ ਮੋੜਦਾ ਸੀ, ਕਹਿੰਦਾ ਮੇਰੇ ਵਿੱਚ ਬੜਾ ਦਮ ਹੈ। ਅੱਜ ਕਹਿੰਦਾ ਹੈ ਮੇਰੇ ਕੋਲੋਂ ਪਾਣੀ ਦਾ ਗਲਾਸ ਨਹੀਂ ਪੀਤਾ ਜਾਣਾ, ਮੇਰੇ ਹੱਥ ਕੰਬਦੇ ਪਏ, ਗਲਾਸ ਆਪ ਹੀ ਮੂੰਹ ਨੂੰ ਲਾ ਦਿਓ। ਮੁਖ ਪਿਆਓ ਬੈਠ ਕੋ ਦੇਣ, ਬੈਠਿਆਂ ਮੇਰੇ ਮੂੰਹ ਨੂੰ ਰੋਟੀ ਦੀ ਬੁਰਕੀ ਪਾਓ। ਮੇਰੇ ਹੱਥ ਕੰਬਦੇ ਨੇ, ਬੁਰਕੀ ਮੂੰਹ ਵਿੱਚ ਪੈਂਦੀ ਨਹੀਂ ਹੈ, ਕੌਲੀ ਦਾਲ ਦੀ ਡੁੱਲ ਜਾਂਦੀ ਹੈ, ਪਾਣੀ ਦਾ ਗਲਾਸ ਮੂੰਹ ਨੂੰ ਲੱਗਦਾ ਨਹੀਂ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇ ਓਮ, ਆਜ ਫਰੀਦਾ ਕੂੰਜੜਾ ਸਹਿ ਕੋਹਾਂ ਥੀ ਓਮ। ਅੱਜ ਤੇ ਪਾਣੀ ਦਾ ਗਲਾਸ ਪੜ ਕੇ ਪੀਣਾ ਔਖਾ ਹੈ। ਮਹਾਰਾਜ ਕਹਿਣ ਲੱਗੇ ਹੱਥ ਮਰੋੜਾ, ਹੱਥ ਜਿਹੜੇ ਨੇ ਉਹ ਮੁੜ ਗਏ, ਆਪਣੇ ਆਪ ਕੰਮ ਨਹੀਂ ਕਰਦੇ। ਤਨ ਕਪੇ, ਜਿਹੜਾ ਤਨ ਸਰੀਰ ਹੈ ਇਹ ਕਪੇ ਕਹੀਏ ਕੰਬਣ ਲੱਗ ਪਿਆ। ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਤਰੈ, ਅਬ ਕਿਆ ਕਰੈ ਪੁਰਾਨੀ। ਸਿਰ ਆਪਣੇ ਆਪ ਹਿੱਲੀ ਜਾਂਦਾ ਹੈ,
ਹੱਥ ਆਪਣੇ ਆਪ ਕੰਬੀ ਜਾਂਦੇ, ਸਾਰਾ ਸਰੀਰ ਹੀ ਕੰਬਣ ਲੱਗ ਪਿਆ। ਜੇ ਖਲੋਣਾ ਚਾਹੁੰਦਾ ਹੈ ਤਾਂ ਪਹਿਲਾਂ ਆਪਣਾ ਜ਼ੋਰ ਇਕੱਠਾ ਕਰਦਾ, ਮੈਂ ਲੱਤਾਂ 'ਤੇ ਖਲੋ ਜਾਵਾਂਗਾ। ਕੰਧ ਨੂੰ ਆਸਰਾ ਪਾ ਕੇ ਖੁੰਡੀ ਹੱਥ ਵਿੱਚ ਫੜ ਕੇ ਪੁੱਤਰ ਜਾਂ ਪੋਤਰੇ ਦਾ ਹੱਥ ਫੜ ਕੇ ਖੜਾ ਹੁੰਦਾ ਹੈ। ਸਾਰਾ ਸਰੀਰ ਹੀ ਕੰਬਣ ਲੱਗ ਪਿਆ। ਤਨ ਕਪੇ, ਸਰੀਰ ਕੰਬਦਾ ਹੈ। ਤੇ ਮਹਾਰਾਜ ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਅੱਗੇ ਬਚਨ ਆ ਗਿਆ, ਸਿਆਹੋ ਹੋਆ ਸੇਤ। ਜਿਹੜਾ ਚਿੱਟਾ ਰੰਗ ਸੀ ਨਾ ਗੋਰਾ ਜਵਾਨੀ ਦੇ ਵਿੱਚ, ਵਡੇਪਾ ਹੋ ਗਿਆ ਬਿਮਾਰੀਆਂ ਦੇ ਨਾਲ, ਉਹ ਚਿੱਟਾ ਰੰਗ ਵੀ ਕਾਲਾ ਹੋ ਗਿਆ। ਤੇ ਜਾਂ ਜਦੋਂ ਜਮਾਂ ਨੇ ਆ ਕੇ ਫੜਨਾ ਨਾ, ਜਾਨ ਕੱਢਣੀ ਹੈ, ਤੇ ਵੱਡਿਆਂ ਵੱਡਿਆਂ ਦੇ ਚਿਹਰੇ ਉਸ ਵੇਲੇ ਕਾਲੇ ਪੈ ਜਾਂਦੇ, ਗੋਰੇ ਚਿੱਟੇ ਰੰਗ ਵੀ ਉੱਡ ਜਾਂਦੇ ਜਦੋਂ ਜਮ ਆ ਕੇ ਦਰਸ਼ਨ ਦਿੰਦੇ। ਐਸੀ ਹਾਲਤ ਇਸ ਦੀ ਹੁੰਦੀ ਹੈ। ਦੇਹਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਮਹਾਰਾਜ ਕਹਿਣ ਲੱਗੇ, ਭਾਈ ਇਹ ਤੇਰਾ ਸਰੀਰ ਤੇ ਕਰਮਾਂ ਦੀ ਭੂਮੀ ਹੈ, ਕਰਮਾਂ ਦੀ ਧਰਤੀ ਹੈ। ਧਰਤੀ ਵਿੱਚ ਜਿਸ ਤਰ੍ਹਾਂ ਦਾ ਬੀ ਪਾਵੇਂਗਾ ਉਸ ਤਰ੍ਹਾਂ ਦਾ ਹੀ ਵੱਢੇਗਾ। ਇਹ ਸਰੀਰ ਵੀ ਤੇਰਾ ਖੇਤ ਹੈ, ਜਿਵੇਂ ਦਾ ਬੀ ਪਾਵੇਂਗਾ। ਜੇ ਕਿਸੇ ਦੇ ਅੱਗੇ ਕੰਡਾ ਬੀਜੇਗਾ ਉਹ ਤੇਰੇ ਪੈਰ ਵਿੱਚ ਵੀ ਚੁੱਭੇਗਾ ਆਪਣੇ ਆਪ ਹੀ ਆ ਕੇ। ਜੇ ਕਿਸੇ ਦੇ ਅੱਗੇ ਫੁੱਲ ਰੱਖੇਗਾ ਤੇ ਉਹ ਫੁੱਲ ਤੇਰੇ ਅੱਗੇ ਵੀ ਆ ਕੇ ਰੱਖੇ ਜਾਣਗੇ। ਇਹ ਤੇ ਸਰੀਰ ਹੈ, ਜਿਵੇਂ ਦਾ ਕਰਮ ਕਰੇਗਾ। ਕਿਸੇ ਦੀ ਬੁਰਕੀ ਖੋਵੇਂਗਾ ਤੇ ਤੇਰੇ ਮੂੰਹ ਵਿੱਚ ਆਪੇ ਖੋਈ ਜਾਣੀ ਹੈ। ਕਿਸੇ ਦੇ ਮੂੰਹ ਵਿੱਚ ਬੁਰਕੀ ਪਾਵੇਂਗਾ ਤੇ ਤੇਰੇ ਮੂੰਹ ਵਿੱਚ ਆਪੇ ਪੈ ਜਾਣੀ ਹੈ। ਇਹ ਤੇ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਇਹ ਤੇ ਸਰੀਰ ਉਵੇਂ ਦਾ ਹੀ ਵਾਪਸ ਫਲ ਦਿੰਦਾ ਹੈ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸਤਿਗੁਰੂ ਕਹਿਣ ਲੱਗੇ, ਬੇਨਤੀ ਕਰ, ਐ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਆਪਣੇ ਚਰਨਾਂ ਦਾ ਆਸਰਾ ਦੇ ਦੇ। ਆਸਰਾ ਕੀ ਹੈ? ਵਾਹਿਗੁਰੂ ਨਾਮ ਜਹਾਜ਼ ਹੈ। ਮਿਲ ਕੇ ਆਖੀਏ, ਵਾਹਿਗੁਰੂ ਨਾਮ ਜਹਾਜ਼। ਪਰਮਾਤਮਾ ਦਾ ਨਾਮ ਜਹਾਜ਼ ਹੈ। ਜਿਹੜਾ ਇਸ ਜਹਾਜ਼ ਦੇ ਆਸਰੇ ਤੇ ਰਹੇਗਾ ਉਹ ਤਰ ਜਾਏਗਾ। ਨਾਨਕ ਪ੍ਰਭ ਸਰਨਾਗਤੀ, ਜਿਹੜੇ ਸ਼ਰਨ ਦੇ ਵਿੱਚ ਗਤ ਕਹੀਏ ਪ੍ਰਾਪਤ ਹੋਏ, ਉਹਨਾਂ ਨੂੰ ਸਤਿਗੁਰੂ ਫਿਰ ਆਪਣੇ ਚਰਨਾਂ ਦਾ ਆਸਰਾ ਬਖਸ਼ਿਸ਼ ਕਰ ਦਿੰਦੇ ਹਨ। ਭਾਤੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਦੇ ਨਾਲ ਹੇਤ ਕਹੀਏ ਪ੍ਰੇਮ ਰੱਖਿਆ ਹੈ ਨਾ, ਉਹਨਾਂ ਨੂੰ ਫਿਰ ਮਹਾਰਾਜ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਪਹਿਲਾ ਬਚਨ ਇਹ ਸੀ ਵੀ ਜਿਹੜੇ ਭਰਮ ਵਿੱਚ ਭੁੱਲ ਜਾਣਗੇ ਉਹ ਜਮਾਂ ਦੇ ਵੱਸ ਪੈ ਜਾਣਗੇ। ਅਖੀਰਲਾ ਬਚਨ ਇਹ ਹੈ, ਜਿਹੜੇ ਗੁਰੂ ਦੇ ਨਾਲ ਪ੍ਰੇਮ ਰੱਖਣਗੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜਿਨ ਪ੍ਰੇਮ ਕੀਓ। ਜਿਹੜੇ ਇਸ ਤਰ੍ਹਾਂ ਪ੍ਰੇਮ ਰੱਖਣਗੇ ਨਾ, ਗੁਰ ਰੱਖਣ ਵਾਲਾ ਹੇਤ, ਗੁਰੂ ਉਹਨਾਂ ਨੂੰ ਰੱਖਣ ਵਾਲਾ ਰਾਖਾ ਬਣ ਜਾਏਗਾ। ਗੁਰੂ ਉਹਨਾਂ ਦੀ ਰੱਖਿਆ ਕਰਨ ਵਾਲਾ ਬਣ ਜਾਏਗਾ। ਗੁਰੂ ਉਹਨਾਂ ਦੀ ਰਾਖੀ ਕਰੇਗਾ ਜਿਹੜੇ ਗੁਰੂ ਨਾਲ ਪ੍ਰੇਮ ਰੱਖਣਗੇ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰ ਉਪਦੇਸ਼ ਬਚਨ ਮਹਾਰਾਜ ਸਾਹਿਬ ਜੀਆਂ ਦੇ ਸਾਡੇ ਹਿਰਦੇ ਵਸਣ, ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲਾ ਹੋਵੇ, ਰਹਿਮਤ ਹੋਵੇ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਤੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ।